ਆਪਣੇ ਹਿਰਦਿਆਂ ਅੰਦਰ ਉਹਨਾਂ ਨੂੰ ਟਿਕਾਉਣਾ ਕਿਵੇਂ ਆ, ਵਸਾਉਣਾ ਕਿਵੇਂ ਆ ਤੇ ਜੀਵਨ ਵਿੱਚ ਕਮਾਉਣਾ ਕਿਵੇਂ ਆ, ਇਹ ਅਸਾਂ ਨੂੰ ਸਤਿਗੁਰੂ ਕੇ ਸਵਾਰੇ ਗੁਰਸਿੱਖਾਂ ਨੇ ਕਮਾ ਕੇ ਧਿਆ ਕੇ ਦਰਸਾਇਆ ਹੈ। ਉਹ ਗੁਰੂ ਕੇ ਸਿੱਖਾਂ ਵਿੱਚੋਂ ਭਾਈ ਗੁਰਦਾਸ ਸਾਹਿਬ ਬੜੇ ਪ੍ਰੇਮ ਦੇ ਨਾਲ ਆਪਣੀ ਰਚਨਾ ਤੋਂ ਉਚਾਰਨ ਕਰਕੇ, ਆਪਣੀ ਰਚਨਾ ਦੇ ਅੰਦਰ ਗੁੰਥੜ ਕਰਕੇ ਉਹ ਸੂਝ ਬੂਝ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਭਾਈ ਗੁਰਦਾਸ ਸਾਹਿਬ ਜੀ ਦੇ ਰਚਨਾਵਲੀ ਦੇ ਚੱਲ ਰਹੀ ਲੜੀਵਾਰ ਵਿਚਾਰ ਪ੍ਰੇਮ ਨਾਲ ਪੜ੍ਹਦੇ ਸੁਣਦੇ ਆ ਰਹੇ ਹਾਂ। ਭਾਈ ਸਾਹਿਬ ਸਾਨੂੰ ਸਮਝਾਉਂਦੇ ਆ ਰਹੇ ਨੇ, ਸੰਸਾਰ ਦੇ ਜੀਵ ਜਿਹੜੇ ਸੰਸਾਰ ਦਾ ਸਫ਼ਰ ਕਰਦਿਆਂ ਹੋਇਆਂ ਬੜੀ ਸਿਆਣਪਤਾ ਨੂੰ ਪ੍ਰਾਪਤ ਕਰ ਲੈਂਦੇ ਨੇ ਤੇ ਬੜੇ ਇਹ ਸੰਸਾਰ ਦੇ ਅੰਦਰ ਕਾਰੋਬਾਰਾਂ ਸਿਲਸਿਲਿਆਂ ਦੇ ਸਲਾਹਕਾਰ ਔਰ ਉਹਨਾਂ ਨੂੰ ਕਾਰਖਾਨਿਆਂ ਆਦਿ ਨੂੰ ਚਲਾਉਣ ਵਾਲੇ ਬਣ ਜਾਂਦੇ ਨੇ। ਬਹੁਤ ਵੱਡੇ ਸੌਦਾਗਰ ਬਣ ਜਾਂਦੇ ਨੇ। ਉਸ ਅੰਦਰ ਮੁਨਾਫਾ ਕਮਾਉਣ ਦੇ ਲਈ ਕੁਝ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਬੜੀ ਪਾਰਖੂ ਦ੍ਰਿਸ਼ਟੀ ਬਣਾ ਲੈਂਦੇ ਨੇ। ਕੁਝ ਨੂੰ ਕੱਪੜੇ ਦੀ ਬੜੀ ਪਰਖਿਆ, ਕੁਝ ਨੂੰ ਸੰਸਾਰ ਦੀਆਂ ਹੋਰ ਵਸਤੂਆਂ ਦੀ, ਕੋਈ ਹੀਰਿਆਂ ਦਾ ਪਾਰਖੂ ਹੈ, ਤੱਕ ਕਰਕੇ ਦੱਸ ਦੇਵੇਗਾ, ਵੇਖ ਕੇ ਦੱਸ ਦਿੰਦਾ ਹੈ ਇਹ ਹੀਰਾ ਇੰਨੇ ਦਾ ਹੈ, ਮੋਤੀ ਇੰਨੇ ਦਾ ਹੈ, ਨੀਲਮ ਇੰਨੇ ਦਾ ਹੈ, ਪੁਖਰਾਦ ਇੰਨੇ ਦਾ ਹੈ, ਪੰਨਾ ਇੰਨੇ ਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਐਸੇ ਜਿਹੜੇ ਪਾਰਖੂ ਨਜ਼ਰ ਵਾਲੇ ਨੇ ਸੰਸਾਰ ਵਿੱਚ ਬਹੁਤਾਤ ਅੰਦਰ ਨੇ, ਉਹਨਾਂ ਦਾ ਐਗਜ਼ਾਮਪਲ ਦੇ ਕੇ ਭਾਈ ਸਾਹਿਬ ਪ੍ਰਮਾਣ ਦੇ ਕੇ ਸਾਨੂੰ ਅੱਜ ਸੂਝ ਬੁੱਝ ਬਖਸ਼ ਰਹੇ ਨੇ। ਕਹਿੰਦੇ ਬਨਨ ਜੋ ਵਿਵਹਾਰ ਬਿਖ ਰਤਨ ਪਾਰਖੂ ਹੋਏ। ਭਾਈ ਗੁਰਦਾਸ ਸਾਹਿਬ ਕਹਿੰਦੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਵਣਜ ਵਪਾਰ ਕਰਦਿਆਂ ਹੋਇਆਂ, ਵਣਜ ਵਪਾਰ ਦੇ ਅੰਦਰ ਹੀਰਿਆਂ ਦਾ, ਰਤਨਾਂ ਦਾ ਵਪਾਰ ਕਾਰੋਬਾਰ ਕਰਦੇ ਨੇ। ਉਹਦੇ ਪਾਰਖੂ ਬੜੇ, ਦੋਨੋਂ ਨਜ਼ਰ ਨਾਲ ਹੀ ਮਾਪ ਤੋਲ ਲੈਂਦੇ। ਇੰਨੇ ਕੁ ਦਾ ਹੈ, ਇੰਨਾ ਕੁ ਆਪਾਂ ਨੂੰ ਮੁਨਾਫਾ ਦੇਵੇਗਾ, ਇਹ ਅਸਲੀ ਹੈ, ਨਕਲੀ ਹੈ। ਨਜ਼ਰ ਦੇ ਨਾਲ ਹੀ ਉਹਨੂੰ ਮਾਪ ਤੋਲ ਲੈਂਦੇ ਨੇ। ਇੰਨੀ ਪਰਖੇ ਹੀਰਿਆਂ ਦੀ, ਮੋਤੀਆਂ ਦੀ, ਰਤਨਾਂ ਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਲੋਕ ਉਹਨਾਂ ਦੀ ਸਿਆਣਪ ਤੋਂ, ਉਹਨਾਂ ਦੀ ਇਸ ਪਰਖ ਤੋਂ ਬੜੇ ਅਛ ਕਰ ਉੱਠਦੇ ਆ ਕਿ ਬਹੁਤ ਹੀ ਇਹ ਪਾਰਖੂ ਹੈ ਬਈ, ਇਹਨੇ ਤਾਂ ਮਾਪ ਤੋਲ ਦਿੱਤਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਉਸ ਸੰਸਾਰ ਦੇ ਅੰਦਰ ਦੱਸਦਾ ਰਿਹਾ, ਪਰਖਦਾ ਰਿਹਾ ਤੇ ਕੇਵਲ ਬਾਹਰ ਦੀ ਹੀਰੇ ਮੋਤੀਆਂ ਆਦਿ ਨੂੰ ਹੀ ਜੌਹਰੀ ਬਣ ਕੇ ਪਰਖਦਾ ਰਿਹਾ, ਸਾਰੀ ਉਮਰ ਅਜ਼ਾਈ ਗਵਾ ਦਿੱਤੀ। ਰਤਨ ਜਨਮ ਕੀ ਪ੍ਰੀਖਿਆ ਨਹੀਂ ਪਾਈ ਹੈ। ਜਿਹੜਾ ਸਭ ਤੋਂ ਅਮੋਲਕ, ਬੇਕੀਮਤਾ, ਬੇਸ਼ੁਮਾਰ ਅਮੋਲਕ ਜਨਮ ਸੀ ਨਾ, ਉਹਦੀ ਪਰਖ ਹੀ ਨਾ ਕੀਤੀ। ਬਾਹਰ ਦੇ ਹੀਰੇ ਪਰਖਦਾ ਰਿਹਾ, ਆਪਣਾ ਜੀਵਨ ਹੀਰਾ ਪਰਖਿਆ ਹੀ ਨਾ। ਇਹ ਕਿੰਨਾ ਕੁ ਮੁੱਲ ਕੇ ਦੁਨੀਆ ਦੇ ਹੀਰੇ ਮੋਤੀ ਦੁਨੀਆ ਵਿੱਚੋਂ ਮਿਲਦੇ,
ਤੇ ਮਿਲਦੇ ਹਨ, ਮਿਲਦੇ ਰਹਿਣਗੇ। ਪਰ ਇਹ ਜਨਮ ਮਨੁੱਖਾ ਇੱਕ ਵਾਰੀ ਹੱਥੋਂ ਨਿਕਲ ਗਿਆ, ਫਿਰ ਇਹਦਾ ਕੋਈ ਪਤਾ ਨਹੀਂ ਮਿਲੇ ਕਿ ਨਾ ਮਿਲੇ। ਭਾਈ ਗੁਰਦਾਸ ਸਾਹਿਬ ਕਹਿੰਦੇ ਹੋਰ ਰਤਨ ਜਵਾਹਰ ਮਾਨਕ ਪਰਖਦਾ ਰਿਹਾ, ਆਪਣੇ ਆਪ ਦੀ ਪਰਖ ਨਾ ਕੀਤੀ ਵੀ ਮੇਰੇ ਕੋਲ ਕੀ ਆ। ਇਹ ਜਾਣਦਾ ਰਿਹਾ ਦੂਜੇ ਕੋਲ ਪੁਖਰਾਜ ਬਹੁਤ ਹੈ, ਨੀਲਮ ਬਹੁਤੇ, ਪੰਨਾ ਬਹੁਤੇ, ਹੀਰਾ ਬਹੁਤੇ, ਮੋਤੀ ਬਹੁਤੇ, ਮਾਨਕ ਬਹੁਤੇ, ਪਰ ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਵੇਖ। ਉਹ ਵੇਖਿਆ ਹੀ ਨਹੀਂ, ਬਾਹਰ ਕੁਝ ਦੇਖਦਾ ਰਿਹਾ, ਆਪਣੇ ਅੰਦਰ ਨਹੀਂ ਝਾਤ ਮਾਰੀ। ਗੁਰੂ ਕਹਿੰਦੇ ਆਪਣੇ ਅੰਦਰ ਝਾਤ ਮਾਰ, ਤੇਰੇ ਕੋਲ ਬੜਾ ਵੱਡਾ ਖਜ਼ਾਨਾ ਹੀ ਮਤ ਵਿੱਚ ਰਤਨ ਜਵਾਹਰ ਮਾਨਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਇੱਕ ਵੀ ਗੱਲ ਵਸਾ ਲੈਂਦਾ ਨਾ, ਤੇਰੇ ਅੰਦਰੋਂ ਹੀ ਬੜੇ ਬੜੇ ਕੀਮਤੀ ਲਾਲ, ਬੜੇ ਬੜੇ ਮਾਨਕ ਮੋਤੀ ਹੀਰੇ ਅੰਦਰੋਂ ਦਿਸਣੇ ਸਨ। ਉਹ ਦਿਸੇ ਤਾਂ ਨਹੀਂ ਤੂੰ ਗੁਰੂ ਦੀ ਇੱਕ ਵੀ ਗੱਲ ਨਹੀਂ ਮੰਨੀ, ਇੱਕ ਵੀ ਸਿੱਖਿਆ ਧਾਰਨ ਨਹੀਂ ਕੀਤੀ, ਤੂੰ ਆਪਣੇ ਜੀਵਨ ਦਾ ਪਾਰਖੂ ਨਾ ਬਣਿਆ, ਤੂੰ ਗੁਰੂ ਦੇ ਬੋਲਾਂ ਦਾ ਪਾਰਖੂ ਨਾ ਬਣਿਆ ਕਿ ਇਹ ਸਿੱਖਿਆ, ਇਹ ਬੋਲ ਬੜੇ ਅਮੋਲਕ ਨੇ ਜਿਹੜੇ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦੇ। ਭਾਈ ਸਾਹਿਬ ਅਗਲਾ ਪ੍ਰਮਾਣ ਦਿੰਦੇ, ਲਿਖ ਚਿੱਤਰ ਗੁਪਤ ਸੇ ਲੇਖਕ ਲਖਾਰੀ ਭਏ। ਭਾਈ ਗੁਰਦਾਸ ਸਾਹਿਬ ਕਹਿੰਦੇ ਲੇਖਾ ਜੋਖਾ ਇੰਨਾ ਕਰਦੇ ਆ। ਚਿੱਤਰਗੁਪਤ ਕਹਿੰਦੇ ਬਈ ਲੇਖਾਰੀ, ਉਹ ਲਿਖਦੇ ਨੇ। ਚਿੱਤਰਗੁਪਤ ਕੀ ਆ? ਚਿੱਤਰ ਦਾ ਅਰਥ ਹੁੰਦਾ ਹੈ ਸਾਹਮਣੇ, ਪ੍ਰਤੱਖ, ਜੋ ਕੁਝ ਅਸੀਂ ਸੰਸਾਰ ਵਿੱਚ ਕਰਦੇ, ਚਿੱਤਰ ਸਾਹਮਣੇ ਦਿਸਦਾ ਹੁੰਦਾ ਹੈ। ਤੇ ਗੁਪਤ ਕੀ ਆ? ਜੋ ਅਸੀਂ ਛੁਪਾ ਕੇ ਕਰਦੇ ਹਾਂ, ਸੰਸਾਰ ਨੂੰ ਨਹੀਂ ਦਿਸਦਾ, ਮਨ ਅੰਦਰ ਚਿਤਵਦੇ ਹਾਂ, ਉਹ ਲੇਖਾ ਪ੍ਰਭੂ ਲਿਖਦਾ ਹੈ। ਤੇ ਮਹਾਰਾਜ ਨੇ ਤਾਂ ਇਹ ਵੀ ਕਿਹਾ, ਚਿੱਤਰ ਗੁਪਤ ਕਰਮ ਹੈ ਲਾਜਾਨ। ਉਹ ਕਰਮ ਨੇ ਤੇਰੇ ਕਿਹੜੇ ਕਰਨਾ ਹੈ, ਉਹ ਨੇ, ਉਹ ਤੈਨੂੰ ਉਹਨਾਂ ਦਾ ਭੁਗਤਾਨ ਭੁਗਤਣਾ ਹੀ ਪੈਣਾ ਹੈ। ਹੋਰ ਇਹ ਨਹੀਂ ਬਈ ਕੋਈ ਇਹ ਕਹਿ ਦਿੰਦਾ, ਕੋਈ ਸੱਜੇ ਮੋਢੇ ਤੇ ਬੈਠਾ, ਕੋਈ ਖੱਬੇ ਤੇ ਬੈਠਾ ਹੈ, ਕੋਈ ਕਹਿੰਦਾ ਜੀ ਇੱਕ ਦਿਨੇ ਲੇਖਾ ਲਿਖਦਾ, ਇੱਕ ਰਾਤ ਨੂੰ ਲਿਖਦਾ ਹੈ। ਇਹ ਉਹਨਾਂ ਦੇ ਵਿਦਵਾਨਾਂ ਦਾ ਸਮਝਾਉਣ ਦਾ ਤਰੀਕਾ ਸੀ ਬਈ ਜੋ ਕੁਝ ਰਾਤ ਨੂੰ ਤੂੰ ਚਿਤਵਦਾ ਹੈ ਨਾ ਗੁਫ਼ਤਗੂ, ਉਹ ਵੀ ਲੇਖੇ ਵਿੱਚ, ਇੱਕ ਇੱਕ ਸਾਹ ਤੇਰਾ ਲੇਖੇ ਵਿੱਚ ਹੈ। ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਸਾਹ ਲਵਾਈਏ, ਪੜ੍ਹੇ ਕਿ ਪੁੱਛਣ ਜਾਓ, ਲੇਖੇ ਵਿੱਚ ਹੀ ਸਾਹ ਚੱਲਦੇ। ਇਹ ਤੇਰਾ ਲੇਖਾ ਹੋਣਾ। ਔਰ ਉਹਨਾਂ ਲਿਖਾਰੀਆਂ ਨੂੰ ਵੀ ਮਾਤ ਪਾਉਂਦਾ ਹੈ। ਏਡਾ ਵੱਡਾ ਲਿਖਾਰੀ ਬਣ ਜਾਂਦਾ ਹੈ ਸੰਸਾਰ ਦੇ ਵਿੱਚ ਆ ਕੇ, ਇੰਨੇ ਲੇਖੇ ਲਿਖਦਾ ਲੇਖਾਕਾਰ ਬਣ ਜਾਂਦਾ ਹੈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹੋ ਜਿਹੇ ਲਿਖਾਰੀ ਹੋ ਗਏ, ਬੜਾ ਬੜਾ ਕੁਝ ਜਾਣਦੇ ਆ। ਔਰ ਭਾਈ ਸਾਹਿਬ ਕਹਿੰਦੇ ਜਨਮ ਮਰਨ ਕੀ ਆਸ਼ੰਕਾ ਨਾ ਮੁਟਾਈ ਹੈ। ਕਹਿੰਦੇ ਦੂਜੇ ਦਾ ਅੱਗੇ ਦਾ ਵੀ ਦੱਸੀ ਜਾਣਗੇ ਬਈ ਆਉਣ ਵਾਲੇ ਸਮੇਂ 'ਚ ਆਹ ਹੋ ਸਕਦਾ, ਐ ਨਾ ਹੋਇਆ, ਆਹ ਹੋ ਸਕਦਾ, ਜੇ ਐ ਨਾ ਕੀਤਾ ਘਾਟਾ ਪੈ ਸਕਦਾ ਹੈ, ਐਉਂ ਕੀਤਾ ਤੇ ਵਾਧਾ ਹੋ ਸਕਦਾ ਹੈ। ਆਪਣਾ ਪਤਾ ਹੀ ਕੋਈ ਨਹੀਂ, ਆਪਣਾ ਭਰਮ ਮਟਾਇਆ ਹੀ ਨਹੀਂ, ਆਪਣਾ ਆਵਾਗਮਨ ਮਟਾਇਆ ਹੀ ਨਹੀਂ। ਬਈ ਜੇ ਮੈਂ ਨਾ ਹੁਣ ਸੱਚ ਤੇ ਚੱਲਿਆ, ਸੱਚ ਦੇ ਮਾਰਗ ਤੇ ਨਾ ਤੁਰਿਆ, ਮਨੁੱਖਾ ਸਰੀਰ ਰੱਬ ਦਾ ਨਾਮ ਜਪਣ ਵਾਸਤੇ, ਰੱਬ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ ਹੈ। ਅਗਰ ਮੈਂ ਇਹ ਕੁਝ ਨਾ ਕੀਤਾ, ਸਤ ਸੰਗਤ ਨਾ ਕੀਤੀ, ਸਿਮਰਨ ਨਾ ਕੀਤਾ, ਸੇਵਾ ਨਾ ਕੀਤੀ, ਤੇ ਮੇਰਾ ਆਵਾਗਮਨ ਨਹੀਂ ਮਿਟਣਾ। ਕਹਿੰਦੇ ਇਹ ਕੁਝ ਕੀਤਾ ਹੀ ਨਾ, ਆਪਣੀ ਚਿੰਤਾ ਅੰਦਰੋਂ ਮਟਾਈ ਨਾ, ਆਪਣਾ ਭਰਮ ਜਿਹੜਾ ਸੀ ਉਹਨੂੰ ਖਤਮ ਕੀਤਾ ਨਾ, ਆਪਣਾ ਲੇਖਾ ਆਵਾਗਮਨ ਵਾਲਾ ਮੁਟਾਇਆ ਹੀ ਨਾ, ਮੁਕਾਇਆ ਹੀ ਨਾ, ਦੂਜਿਆਂ ਦੇ ਬਾਹਰ ਦੇ ਲੇਖੇ ਜੋਖੇ ਕਰਦਾ ਰਿਹਾ,
ਆਪਣੇ ਅੰਦਰ ਝਾਤੀ ਨਾ ਮਾਰੀ। ਭਾਈ ਸਾਹਿਬ ਕਹਿੰਦੇ ਵੀਰ ਵਿਦਿਆ ਮਹਾਬਲੀ ਭਈ ਹੈ ਧਨ ਕੋ ਧਾਰੀ। ਸੰਸਾਰ ਦੇ ਅੰਦਰ ਬੜੇ ਬੜੇ ਧਨ ਧਾਰੀ ਹੋਏ ਤੇ ਉਹਨਾਂ ਨੇ ਬੜੀ ਇਹ ਵਿਦਿਆ ਜਾਣੀ, ਬੜੀ ਬੜੀ ਦੂਰ ਸੀਧਾ ਉਹਨਾਂ ਦਾ ਤੀਰ ਮਾਰ ਕਰੇ, ਦੋ ਦੋ ਚਾਰ ਚਾਰ ਤੀਰ ਚਲਾਉਣ ਵਾਲੇ ਹੋਏ। ਭਾਈ ਸਾਹਿਬ ਕਹਿੰਦੇ ਉਹਨਾਂ ਨੇ ਬੜੀ ਮਹਾਰਤ ਹਾਸਲ ਕੀਤੀ, ਬੜੇ ਮਹਾਬਲੀ ਸੂਰਮੇ ਕਹਾਏ। ਬਾਹਰ ਦੇ ਬੜੇ ਬੜੇ ਵੱਡੇ ਵੱਡੇ ਵੈਰੀ ਉਹਨਾਂ ਫੁੰਡ ਸੁੱਟੇ, ਖਤਮ ਕਰ ਦਿੱਤੇ, ਦਲਾਂ ਦੇ ਦਲ ਮਾਰ ਮਾਰ ਕੇ ਤੀਰ ਤੇ ਉਹਨਾਂ ਨਸ਼ਟ ਕਰ ਦਿੱਤੇ। ਪਰ ਭਾਈ ਸਾਹਿਬ ਕਹਿੰਦੇ ਹਉਮੈ ਮਾਰ ਨਾ ਸਹਿਜ ਲਿਵ ਲਾਈਏ। ਜਿਨ੍ਹਾਂ ਬਾਹਰੋਂ ਜਗਤ ਨੂੰ ਜਿੱਤਿਆ, ਵੱਡੇ ਵੱਡੇ ਰਾਜਿਆਂ ਨੂੰ ਜਿੱਤਿਆ, ਵੱਡੇ ਵੱਡੇ ਸੂਰਮਿਆਂ ਨੂੰ ਜਿੱਤਿਆ, ਉਹਨਾਂ ਆਪਣੇ ਅੰਦਰੋਂ ਹਉਮੈ ਨੂੰ ਨਹੀਂ ਮਾਰ ਸਕੇ। ਹਉਮੈ ਨੂੰ ਮਾਰ ਕੇ ਤੇ ਪ੍ਰਭੂ ਨਾਲ ਲਿਵ ਨਹੀਂ ਲਾਈ ਔਰ ਇਹ ਕਿਲਾ ਸਰ ਨਹੀਂ ਕਰ ਸਕੇ, ਇਸ ਫੌਜ ਨੂੰ ਅੰਦਰਲੇ ਵੈਰੀਆਂ ਨੂੰ ਨਹੀਂ ਢਾ ਸਕੇ, ਇਹਨੂੰ ਨਹੀਂ ਮੁਕਾ ਸਕੇ। ਹਉਮੈ ਦੀ ਕੰਧ ਸਗੋਂ ਵੱਧਦੀ ਗਈ, ਵੱਧਦੀ ਗਈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਕਥਾਏ। ਹਉਮੈ ਦੀ ਕੰਧ ਹੋ ਗਈ, ਨਾਮ ਅੰਦਰ ਵਸਦਾ ਹੀ ਨਹੀਂ, ਅੰਦਰੋਂ ਹਉਮੈ ਦੂਈ ਨਿਕਲੇਗੀ ਤੇ ਨਾਮ ਟਿਕੇਗਾ। ਭਾਈ ਸਾਹਿਬ ਕਹਿੰਦੇ ਅੰਦਰ ਸ਼ਾਂਤੀ ਕਿੱਥੋਂ ਆਉਣੀ ਸੀ, ਲਿਵ ਲੱਗਣੀ ਕਿੱਥੋਂ ਸੀ, ਅੰਦਰ ਤਾਂ ਹਉਮੈ ਵੱਧਦੀ ਗਈ। ਵਿਦਿਆ ਦਾ ਗੁਣ ਦਾ ਮਤਲਬ ਸੀ ਨਿਰਮਾਨਤਾ ਆਉਣੀ, ਆਪਣਾ ਜੀਵਨ ਦਿਸਣ ਲੱਗ ਜਾਣਾ। ਮੇਰੇ ਪੱਲੇ ਕੁਝ ਨਹੀਂ, ਮੇਰਾ ਹੈ ਕੁਝ ਨਹੀਂ, ਜੋ ਕੁਛ ਹੈ ਸੋ ਤੇਰਾ। ਤੇ ਹਉਮੈ ਵੱਧ ਗਈ, ਮੈਂ ਬੜਾ ਗੁਣੀ ਗਿਆਨੀ ਹਾਂ, ਮੇਰੇ ਕੋਲ ਬੜਾ ਧਨ ਹੈ, ਮੇਰੀ ਬੜੀ ਸਿਆਣਪ ਹੈ, ਮੇਰੀ ਬੜੀ ਸੋਚ ਸਮਝ ਹੈ। ਕਹਿੰਦੇ ਉਹੀ ਹਉਮੈ ਦੁਆਰ ਤੇ ਵਾਰ ਦੇਣ ਲੱਗ ਪਿਆ, ਉਚਾਈ ਹੁੰਦੀ ਗਈ, ਨਿਰੰਕਾਰ ਤੋਂ ਪਰਦਾ ਹੋਣ ਲੱਗ ਪਿਆ, ਦੂਰੀ ਬਣ ਗਈ। ਇੱਕ ਦਿਨ ਏਡੀ ਵੱਡੀ ਇਹ ਦੀਵਾਰ ਹੋ ਗਈ, ਇਹਨੂੰ ਨਿਰੰਕਾਰ ਦਿਸਣੋਂ ਬੰਦ ਹੋ ਗਿਆ। ਕਹਿੰਦਾ ਵਿਖਾਓ ਮੈਨੂੰ ਰੱਬ ਕਿੱਥੇ ਆ, ਐਨੀ ਹਉਮੈ ਵੱਧ ਗਈ। ਮਹਾਰਾਜ ਦੀ ਬਾਬਤ ਭਾਈ ਸਾਹਿਬ ਕਹਿੰਦੇ ਆਪਣੇ ਅੰਦਰ ਦੀ ਹਉਮੈ ਨੂੰ ਨਾ ਮਾਰ ਸਕੇ। ਜਿੰਨਾ ਚਿਰ ਹਉਮੈ ਨਹੀਂ ਮਰਦੀ, ਨਾ ਗਿਆਨ ਪ੍ਰਗਟ ਹੋਵੇ, ਨਾ ਅੰਦਰ ਸ਼ਾਂਤੀ ਪ੍ਰਾਪਤ ਹੋਵੇ, ਅੰਦਰੋਂ ਉਹਨੂੰ ਮਟਾਇਆ ਨਹੀਂ। ਭਾਈ ਸਾਹਿਬ ਚੌਥਾ ਪ੍ਰਮਾਣ ਦਿੰਦੇ ਪੂਰਨ ਬ੍ਰਹਮ ਗੁਰ ਦੇਵ ਸੇਵ ਕਾਲੀ ਕਾਲ, ਮਾਇਆ ਮੈਂ ਉਦਾਸੀ ਗੁਰ ਸਿੱਖਣ ਜੁਤਾਈ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਮਿਟਣੀ ਕਦੋਂ ਆ, ਜਦ ਪੂਰਨ ਬ੍ਰਹਮ ਨਾਲ ਜੁੜ ਗਿਆ, ਜਿਹੜਾ ਸਰਬ ਕਲਾ ਸੰਪੰਨ ਸਮਰੱਥੇ, ਉਹਦੇ ਨਾਲ ਜੁੜ ਗਿਆ ਤੇ ਉਸ ਪਰਿਪੂਰਨ ਪਰਮਾਤਮਾ ਨਾਲ ਜੁੜਿਆ। ਉਹ ਗੁਰੂ ਦੇਵ ਨੇ ਅੰਦਰੋਂ ਅਗਿਆਨ ਕੱਟਿਆ, ਹਿਰਦੇ 'ਚ ਪ੍ਰਕਾਸ਼ ਕਰ ਦਿੱਤਾ, ਪ੍ਰਕਾਸ਼ ਵਾਲਾ ਬਣਾ ਦਿੱਤਾ। ਤੇ ਭਾਈ ਸਾਹਿਬ ਕਹਿੰਦੇ ਉਸ ਅਕਾਲ ਦੀ ਸੇਵਾ ਕਰਦਿਆਂ ਕਰਦਿਆਂ ਕਲਯੁਗ ਦੇ ਜਿਹੜੇ ਭਿਆਨਕ ਉਪਦਰਵ ਸਨ ਔਰ ਪਾਪ ਆਦਿਕ ਖਿਆਲਾਤ ਵਿਚਾਰ ਸਨ, ਉਹ ਰਹਿੰਦਾ ਤਾਂ ਤਨ ਕਰਕੇ ਗੁਰਸਿੱਖ ਪਿਆਰਾ ਸੰਸਾਰ ਵਿੱਚ, ਪਰਿਵਾਰ ਵਿੱਚ, ਕਾਰੋਬਾਰ ਵਿੱਚ। ਕਹਿੰਦੇ ਮਾਇਆ ਮੈਂ ਉਦਾਸੀ, ਇਸ ਮਾਇਕੀ ਸੰਸਾਰ ਵਿੱਚ ਰਹਿ ਕੇ ਦੇ ਤੋਂ ਉਪਰਾਮ ਰਹਿੰਦਾ ਹੈ। ਉਹਨੂੰ ਇਹ ਪਤਾ ਹੈ ਜੇ ਧਨ ਆ ਤੇ ਮਾਲਕ ਦਾ ਹੈ ਦਿੱਤਾ ਹੋਇਆ, ਔਰ ਜੇ ਪਰਿਵਾਰ ਹੈ ਹੱਸਦਾ ਖੇਡਦਾ, ਇਹ ਨਿਰੰਕਾਰ ਦਾ ਦਿੱਤਾ ਹੋਇਆ ਹੈ। ਉਹਦੀ ਰਹਿਮਤ ਦੀ ਨਜ਼ਰ ਹੈ ਤਾਂ ਹੀ ਖੁਸ਼ੀਆਂ ਦੇ ਖੇੜੇ ਨੇ। ਅਗਰ ਉਹਦੀ ਨਜ਼ਰ ਨਾ ਆਵੇ, ਜੇ ਉਹ ਨਜ਼ਰ ਉਹ ਪੱਠੀ ਜੇ ਕਰੇ, ਫਿਰ ਸੁਲਤਾਨਾ ਘਾਉ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਮੰਗਤੇ ਬਣਾ ਦਿੰਦਾ ਤੇ ਮੰਗਤਿਆਂ ਨੂੰ ਭਿਕਸ਼ਾ ਨਹੀਂ ਮਿਲਦੀ। ਮਨੁੱਖ ਹਉਮੈ ਦੇ ਵਿੱਚ ਕਹਿੰਦਾ ਹੈ ਮੇਰਾ ਤਨ ਧਨ ਪਰਿਵਾਰ ਕਾਰੋਬਾਰ ਮੇਰਾ, ਮੇਰੀ ਸਿਆਣਪ ਨਾਲ ਚੱਲਦਾ ਨਹੀਂ, ਉਹਦੀ ਰਹਿਮਤ ਨਾਲ ਚੱਲਦਾ ਹੈ। ਅਗਰ ਉਹਦੀ ਰਹਿਮਤ ਨਾ ਹੋਵੇ
ਤੇ ਵੱਡੇ ਵੱਡੇ ਬਾਦਸ਼ਾਹਾਂ ਦਾ ਰਾਜ ਪਾਠ ਸਭ ਗਰਕ ਹੋ ਗਏ। ਮਹਾਰਾਜ ਕਹਿੰਦੇ ਉਹ ਇਹਦੇ ਵਿੱਚ ਉਪਰਾਮ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ ਬਈ ਇਹ ਪ੍ਰਭੂ ਦਾ ਹੈ, ਉਹਦੀ ਦਾਤ ਜੋਤ ਹੈ, ਉਹਦੀ ਬਖਸ਼ਿਸ਼ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰ ਸਿੱਖਨ ਜਿਤਾਈ ਹੈ, ਗੁਰੂ ਕੇ ਸਿੱਖਾਂ ਨੂੰ ਇਹ ਗੱਲ ਜਤਾ ਦਿੱਤੀ, ਸਮਝਾ ਦਿੱਤੀ, ਸਮਝ ਆ ਗਈ ਉਹਨਾਂ ਦੇ। ਉਹਨਾਂ ਜਾਣਿਆ ਸਭ ਕੁਝ ਗੁਰੂ ਦਾ ਹੈ, ਖੁਸ਼ੀਆਂ ਗੁਰੂ ਦੀਆਂ ਹੈ। ਤੇ ਸਤਿਗੁਰੂ ਇਹ ਬਚਨ ਕਰਦੇ ਨੇ, ਲੱਖ ਖੁਸ਼ੀਆਂ ਪਾਤ ਸਾਹੀਆਂ, ਜੇ ਸਤਿਗੁਰ ਨਦਰ ਕਰੇ। ਹੁਣ ਮੈਂ ਵੀ ਪੰਕਤੀ ਪੜ੍ਹ ਦਿੱਤੀ, ਤੁਸੀਂ ਵੀ ਸੁਣ ਲਈ। ਨਾ ਮੇਰਾ ਇਹ ਭਰੋਸਾ ਰਿਹਾ ਬਈ ਸੱਚੀ ਮੁੱਚੀ ਉਹਦੀਆਂ ਦਿੱਤੀਆਂ। ਮੈਂ ਕਹਿੰਦਾ ਵੀ ਖੁਸ਼ੀ ਦਾ ਸਾਧਨ ਸਾਰਾ ਮੇਰੇ ਕੋਲ ਹੀ ਹੈ, ਅਕਲ ਦਾ ਖਾਨਾ ਮੇਰੇ ਕੋਲ ਹੀ ਹੈ, ਤੇ ਦੂਜੇ ਕਹਿੰਦੇ ਮੇਰੇ ਕੋਲ ਹੀ। ਮਹਾਰਾਜ ਕਹਿੰਦੇ ਤੂੰ ਆਪਣੇ ਗਰੀਬਾਨ ਮੈਂ, ਉਹ ਤੇਰੇ ਕੋਲ ਤਾਂ ਆਪਣਾ ਹੈ। ਜਿਉਣ ਦਾ ਤੈਨੂੰ ਨਹੀਂ ਪਤਾ ਆਪਣਾ ਵੀ ਮੈਂ ਅਗਲਾ ਪੈਰ ਪੁੱਟਣਾ ਹੈ ਕਿ ਨਹੀਂ ਪੁੱਟਣਾ। ਗੁਰਮੁਖੋ ਕਈ ਵਾਰ ਚੰਗਾ ਭਲਾ ਬੰਦਾ ਰਾਤ ਨੂੰ ਆ ਕੇ ਪਰਿਵਾਰ ਨਾਲ ਗੱਲਾਂ ਬਾਤਾਂ ਕਰਦਾ ਪਿਆ ਹੁੰਦਾ ਹੈ, ਤੇ ਦਿਨੇ ਜਿੰਨੇ ਨੂੰ ਆਵਾਜ਼ ਮਾਰਦੇ ਉੱਠਣਾ ਨਸੀਬ ਹੀ ਨਹੀਂ ਹੁੰਦਾ। ਜੇ ਉਹਦੇ ਆਪਦੇ ਵਿੱਚ ਇੰਨੀ ਹਿੰਮਤ ਹੋਵੇ ਤੇ ਉੱਠਣਾ ਪਵੇ, ਇੱਕ ਸਵਾਸ ਨਹੀਂ ਲੈ ਸਕਦਾ ਉਹਦੀ ਕਿਰਪਾ ਤੋਂ ਬਗੈਰ। ਉਹ ਵੀ ਉਹਨੇ ਕਿਰਪਾ ਕੀਤੀ ਤਾਂ ਆਉਣਾ ਹੈ, ਉਸ ਦਾ ਦਿੱਤਾ ਹੋਇਆ ਹੈ। ਭਾਈ ਸਾਹਿਬ ਕਹਿੰਦੇ ਗੁਰੂ ਨੇ ਸਿੱਖਾਂ ਨੂੰ ਗੱਲ ਜਿਤਾ ਦਿੱਤੀ, ਸਮਝਾ ਦਿੱਤੀ। ਉਹਨਾਂ ਦੇ ਸਮਝ ਆਈ, ਜਿਨ੍ਹਾਂ ਦੇ ਉਹਨਾਂ ਨੇ ਸਭ ਕੁਝ ਗੁਰੂ ਦਾ ਜਾਣਿਆ। ਔਰ ਭਾਈ ਸਾਹਿਬ ਅਗਲੇ ਕਵਿਤ ਦੇ ਦੁਆਰਾ ਕਿਰਪਾ ਕਰਦੇ, ਜੈਸੇ ਆਨ ਬਿਰਖ ਸਫਲ ਹੋਤ ਸਮੈ ਪਾਏ। ਕਹਿੰਦੇ ਜਿਸ ਤਰ੍ਹਾਂ ਆਨ ਹੋਰ ਸਾਰੇ ਬਿਰਛ ਜਿੰਨੇ ਨੇ, ਬਨਸਪਤੀ ਜਿੰਨੀ ਆ, ਉਹਨਾਂ ਦੇ ਫਲੀਭੂਤ ਹੋਣ ਦਾ ਇੱਕ ਸਮਾਂ ਹੈ, ਰੁੱਤ ਹੈ। ਕਿਸੇ ਨੂੰ ਸਾਲ ਬਾਅਦ ਫਲ ਲੱਗਦਾ ਹੈ, ਕਿਸੇ ਨੂੰ ਛਮਾਹੀ ਫਲ ਲੱਗਦਾ ਹੈ, ਕਿਸੇ ਨੂੰ ਤਿਮਾਹੀ ਫਲ ਲੱਗਦਾ ਹੈ, ਪਰ ਉਹਨਾਂ ਦਾ ਇੱਕ ਸਮਾਂ ਹੈ। ਉਹ ਸਮੇਂ ਤੇ ਆ ਕੇ ਫਲੀਭੂਤ ਹੁੰਦੇ ਆ, ਤੇ ਉਸ ਸਮੇਂ ਤੋਂ ਪਹਿਲਾਂ ਨਹੀਂ ਹੁੰਦੇ। ਅਜੇ ਛੋਟਾ ਜਿਹਾ ਬ੍ਰਿਸ਼ ਲਾਇਆ ਹੈ, ਆਖੀਏ ਬਈ ਇਹ ਤਾਂ ਬ੍ਰਿਸ਼ ਉਹ ਆ ਜਿਹਨੂੰ 3 ਮਹੀਨਿਆਂ ਬਾਅਦ ਫਲ ਲੱਗਦਾ ਹੈ, ਤੇ ਇਹਨੂੰ ਲੱਗਾ ਕਿਉਂ ਨਹੀਂ, ਅਜੇ ਬ੍ਰਿਸ਼ ਪੌਦਾ ਛੋਟਾ ਹੈ, ਉਹ ਆਪਣੇ ਸਮੇਂ ਸਿਰ ਪੂਰਾ ਹੋਵੇਗਾ, ਉਸ ਅਵਸਥਾ 'ਚ ਜਾ ਕੇ ਇਹਨੂੰ ਫਲ ਲੱਗਣਾ ਹੈ, ਅਧੂਰਾ ਹਜੇ। ਕਹਿੰਦੇ ਇਸੇ ਤਰ੍ਹਾਂ ਸਰਬ ਦਾ ਫੁੱਲਨ ਤੇ ਸਦਾ ਫਲ ਸੋ ਸੁਆਦ ਹੈ। ਕੁਝ ਐਸੇ ਬ੍ਰਿਸ਼ ਫਲ ਫੁੱਲ ਪੌਦੇ ਪਾਏ ਜਾਂਦੇ ਨੇ ਜਿਹੜੇ ਪੌਦਿਆਂ ਨੂੰ ਸਦੀਵ ਹੀ ਫਲ ਲੱਗਦਾ ਹੈ, ਸਦਾ ਹੀ ਫਲ ਲੱਗਦਾ ਹੈ, ਹਰ ਵਕਤ ਫਲ ਲੱਗਿਆ ਰਹਿੰਦਾ ਹੈ। ਇੱਕ ਪਾਸੇ ਉਹ ਫਲ ਮੁੱਕਦਾ ਹੈ, ਦੂਜੇ ਪਾਸੇ ਫਲ ਉਦੇ ਹੁੰਦਾ ਆਉਂਦਾ ਹੈ। ਉਹ ਵੀ ਪੌਦੇ ਸੰਸਾਰ ਵਿੱਚ ਨੇ। ਭਾਈ ਸਾਹਿਬ ਕਹਿੰਦੇ ਜੈਸੇ ਕੂਪ ਜਲ ਨਿਕਸਤ ਹੈ ਜਤਨ ਕੀਏ। ਭਾਈ ਸਾਹਿਬ ਕਹਿੰਦੇ ਬਈ ਜਿਸ ਤਰ੍ਹਾਂ ਕੂਏ ਦੇ ਵਿੱਚੋਂ ਪਾਣੀ ਕੱਢੀਏ, ਖੂਹ ਦੇ ਵਿੱਚੋਂ ਪਾਣੀ ਕੱਢੀਏ, ਤੇ ਪਾਣੀ ਡੂੰਘਾ ਹੁੰਦਾ ਹੈ, ਯਤਨ ਕਰਨਾ ਪੈਂਦਾ ਹੈ, ਉਪਰਾਲਾ ਕਰਨਾ ਪੈਂਦਾ ਹੈ, ਫੇਰ ਜਾ ਕੇ ਉਹ ਪਾਣੀ ਨਿਕਲਦਾ। ਤੇ ਕਹਿੰਦੇ ਗੰਗਾ ਦਲ ਮੁਕਤ ਪ੍ਰਵਾਹ ਪ੍ਰਸਾਦ ਹੈ। ਤੇ ਗੰਗਾ ਦਾ ਵਹਿਣ ਵਹਿੰਦਾ, ਉੱਥੋਂ ਸੌਖਾ ਪਾਣੀ ਮਿਲ ਜਾਂਦਾ, ਦਰਿਆਵਾਂ ਦਾ, ਨਦੀਆਂ ਦਾ, ਉੱਥੋਂ ਪਾਣੀ ਵਾਧੂ ਮਿਲ ਜਾਂਦਾ, ਨਾਲੇ ਸੁਖਾਲਾ। ਔਰ ਕਹਿੰਦੇ ਇਸੇ ਤਰ੍ਹਾਂ ਹੀ ਜੀਵ ਜਿਹੜਾ ਹੈ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰਨਾਂ ਪਾਸੇ ਭੱਜਾ ਫਿਰਦਾ ਹੈ ਨਾ, ਗੁਰੂ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਗੁਰੂ ਨਾਨਕ ਸਾਹਿਬ ਦਾ ਦਰ ਛੱਡ ਕੇ। ਭਾਈ ਸਾਹਿਬ ਕਹਿੰਦੇ ਮਾਨੋ ਜਿਹੜੇ ਦੂਜੀਆਂ ਜਗਾਵਾਂ ਹੈ ਨਾ, ਉਹਨਾਂ ਨੂੰ ਕਿਸੇ ਸਮੇਂ ਉਹ ਫਲੀਭੂਤ ਹੁੰਦੇ ਆ। ਕੋਈ ਦੇਵੀ, ਕੋਈ ਦੇਵਤਾ, ਕੋਈ ਪੀਰ, ਕੋਈ ਪਕੰਬਰ, ਕੋਈ ਔਲੀਆ ਅਵਤਾਰ। ਉਹ ਕਿਤੇ ਤੁਹਾਡੀ ਬੜੀ ਸੇਵਾ ਤੋਂ ਬਾਅਦ ਜਾ ਕੇ ਕਿਤੇ ਤੁਹਾਡੀ ਇੱਕ ਅੱਧੀ ਇੱਛਾ ਪੂਰੀ ਕਰੂ। ਤੇ ਇੱਕ ਉਹ ਬ੍ਰਿਸ਼
ਜਿਹਨੂੰ ਚੱਤੋ ਪੈਰੀ ਫਲ ਲੱਗਦਾ ਰਹਿੰਦਾ ਹੈ। ਗੁਰੂ ਘਰ ਗੁਰੂ ਨਾਨਕ ਸਾਹਿਬ ਦਾ ਘਰ ਉਹ ਆ, ਇੱਥੇ ਜਿੰਨੇ ਮਰਜ਼ੀ ਤੁਰੇ ਆਉਣ, ਦਿਨੇ ਆਉਣ, ਰਾਤ ਆਉਣ, ਝੋਲੀਆਂ ਭਰੀ ਜਾਂਦੀਆਂ ਨੇ, ਇੱਥੇ ਮੁੱਕਦਾ ਕੋਈ ਨਹੀਂ। ਆਨ ਜਗਾਵਾਂ ਤੇ ਜਾਓਗੇ ਤਪਦੇ ਹੋਏ ਹਿਰਦੇ, ਉਹਨਾਂ ਨੂੰ ਸਕੂਨ ਦੇਣ ਵਾਸਤੇ ਕਿਤੇ ਉਹ ਦੇਵਤਾ ਕੋਈ ਪੀਰ ਪਕੰਬਰ ਔਲੀਆ ਤੁਹਾਡੇ ਤੇ ਪ੍ਰਸੰਨ ਹੋਵੇਗਾ, ਫਿਰ ਕਿਤੇ ਰਤਾ ਮਾਤਰ ਸ਼ਾਂਤੀ ਬਖਸ਼ੇਗਾ। ਤੂੰ ਗੁਰੂ ਕੋਲ ਆ। ਇਹ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿੰਦਾ ਹੀ, ਇੱਥੇ ਜਿਹੜਾ ਮਰਜ਼ੀ ਆਵੇ ਜਲ ਪੀਵੇ, ਇਸ਼ਨਾਨ ਕਰੇ, ਖੇਤੀ ਨੂੰ ਰਮਾਵੇ, ਕਹਿੰਦੇ ਸਾਰਿਆਂ ਨੂੰ ਪ੍ਰਾਪਤ ਹੁੰਦਾ ਹੀ। ਮਹਾਰਾਜ ਕਹਿੰਦੇ ਆ, ਔਰ ਇੱਥੇ ਤਾਂ ਆ ਕੇ ਜਲ ਨਾਮ ਦਾ ਮਿਲਦਾ, ਤਪਦੇ ਹਿਰਦੇ ਠੰਡੇ ਠਾਰ ਹੋ ਜਾਂਦੇ ਨੇ, ਤਪਦੇ ਨੇ। ਜਦੋਂ ਦੂਰੀ ਹੋ ਜਾਂਦੀ ਹੈ ਨਿਰੰਕਾਰ ਤੋਂ, ਜਿਹਨੂੰ ਗੁਰੂ ਨਾਨਕ ਸਾਹਿਬਾਂ ਕਹਿੰਦੇ ਜੀਓ ਤਪਤ ਹੈ ਬਾਰੂ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਤੇ ਅਸੀਂ ਸਾਰੇ ਕਿਤੇ ਜਾਈਏ, ਚਾਹੇ ਕਿਸੇ ਜਗ੍ਹਾ ਤੇ ਜਾਂਦੇ ਹੋ, ਕਾਹਦੇ ਵਾਸਤੇ ਜਾਂਦੇ? ਸੁੱਖ ਵਾਸਤੇ ਹੀ ਨਾ। ਬਈ ਉੱਥੋਂ ਸੁੱਖ ਮਿਲੇ, ਘਰ ਵਿੱਚ ਦੁੱਖ ਹੈ, ਪਰਿਵਾਰ ਵਿੱਚ ਦੁੱਖ ਹੈ, ਜੀਵਨ ਵਿੱਚ ਬੇਰਸੀ ਜੀ ਬਣੀ ਆ, ਸਕੂਨ ਮਿਲੇ। ਤੇ ਮਹਾਰਾਜ ਕਹਿੰਦੇ ਤੁਹਾਨੂੰ ਸੌਖਾ ਤਰੀਕਾ ਹੈ, ਤੂੰ ਗੁਰੂ ਕੋਲ ਆ, ਤੇਰੇ ਦੁੱਖ ਤੇ ਰੋਗ ਖਤਮ ਹੋ ਜਾਣਗੇ। ਜਦੋਂ ਬਾਣੀ ਨੂੰ ਸੁਣੇਗਾ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਮਨ ਕਰਕੇ, ਤਨ ਬੈਠਾ ਹੈ ਤੇ ਮਨ ਸੁਣੇ, ਗੁਰੂ ਦੀ ਗੱਲ ਨੂੰ ਮੰਨੇ ਤੇ ਗੁਰੂ ਤੇ ਆਪਣਾ ਭਰੋਸਾ ਵਿਸ਼ਵਾਸ ਲਿਆਵੇ। ਜਿਵੇਂ ਜਿਵੇਂ ਜੀਵਨ ਵਿੱਚ ਬਾਣੀ ਗੁਰਮਤ ਗੁਰੂ ਦੀ ਰਹਿਮਤ ਉਤਰਦੀ ਏ, ਔਰ ਉਵੇਂ ਉਵੇਂ ਸਕੂਨ ਪ੍ਰਾਪਤ ਹੁੰਦਾ। ਜਿੰਨੀ ਆਪ ਸੰਗਤ ਗੁਰੂ ਕੋਲ ਆਉਣ ਵਾਲੇ ਹੋ, ਤੁਹਾਨੂੰ ਇਹ ਪਤਾ ਬਈ ਜਿਹੜੇ ਗੁਰੂ ਕੋਲ ਆਉਣੇ ਹੋ, ਕੋਈ ਇਹ ਬੁਲਾਵੇ ਤੇ ਨਹੀਂ ਆਉਂਦੇ, ਆਪਣੇ ਆਨੰਦ ਲਈ, ਆਪਣੇ ਖੇੜੇ ਲਈ ਆਉਣੇ ਹੋ। ਇਸ ਜਗ੍ਹਾ ਤੇ ਆ ਕੇ, ਗੁਰਸੰਗਤ ਵਿੱਚ ਆ ਕੇ ਸਕੂਨ ਮਿਲਦਾ, ਗੁਰੂ ਦੀ ਗੱਲ ਮਿਲਦੀ, ਗਿਆਨ ਮਿਲਦਾ, ਸਕੂਨ ਮਿਲਦਾ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਤੇ ਉਹ ਸਾਰੀ ਦਿਹਾੜੀ ਆਨੰਦ ਬਣਿਆ ਰਹਿੰਦਾ। ਤੜਕੇ ਨੂੰ ਜਿਵੇਂ ਭੁੱਖ ਲੱਗ ਜਾਂਦੀ ਹੈ ਨਾ, ਤੇ ਬੰਦਾ ਫੇਰ ਚੱਲਦਾ ਵੀ ਭੋਜਨ ਖਾਈਏ, ਐਉਂ ਫੇਰ ਤੜਕੇ ਨੂੰ ਉੱਠਦੇ ਨੇ ਗੁਰਸਿੱਖ, ਨਿਤਨੇਮ ਕਰੀਏ, ਗੁਰੂ ਕਾ ਦਰਸ਼ਨ ਕਰੀਏ, ਗੁਰੂ ਕੋਲ ਚੱਲੀਏ। ਹਰ ਜਿਵੇਂ ਇਹ ਕਹਿ ਲਓ ਇਹਨੂੰ ਅੱਜ ਦੇ ਹਿਸਾਬ ਨਾਲ, ਬਈ ਜਿਵੇਂ ਆਪਾਂ ਫੋਨ ਦੀ ਬੈਟਰੀ ਚਾਰਜ ਲਾ ਦਿੰਦੇ ਨਾ, ਚਾਰਜ ਕੀਤੀ ਤੇ ਚੱਲ ਬਈ ਫੇਰ ਕਰਨੀ ਦੁਬਾਰਾ, ਤੇ ਚੱਲੀਏ। ਕਿੱਥੇ ਚਾਰਜ ਹੈ, ਕਿੱਥੇ ਬੋਰਡ ਲੱਗਾ ਹੈ। ਇਹ ਗੁਰੂ ਕੋਲ ਅਸੀਂ ਆ ਕੇ ਗੁਰਬਾਣੀ ਸੁਣ ਕੇ, ਸਤ ਸੰਗਤ ਸੁਣ ਕੇ ਆਪਣੇ ਆਪ ਨੂੰ ਚਾਰਜ ਕਰਦੇ ਹਾਂ, ਆਪਣਾ ਸਕੂਨ ਵਧਾਉਣੇ ਆ, ਆਪਣੀ ਅੰਦਰੂਨੀ ਐਨਰਜੀ ਵਧਾਉਣੇ ਆ। ਉਸ ਨੂੰ ਮਹਾਰਾਜ ਕਹਿੰਦੇ ਬਈ ਗੁਰੂ ਦੇ ਕੋਲ ਆ, ਇੱਥੇ ਸਾਰੇ ਦੁੱਖ ਜਾਣਗੇ। ਤੇ ਭਾਈ ਸਾਹਿਬ ਕਹਿੰਦੇ ਗੁਰੂ ਇੱਕ ਵਹਿੰਦਾ ਹੋਇਆ ਸਮੁੰਦਰ ਹੀ, ਇੱਥੇ ਸਾਰਿਆਂ ਦੇ ਦੁੱਖ ਰੋਗ ਕੱਟੀ ਦੇ, ਇੱਥੇ ਕਿਸੇ ਲਈ ਕੋਈ ਬੰਦਿਸ਼ ਨਹੀਂ। ਇਹ ਆਵੇ ਤੇ ਇਹ ਨਾ ਆਵੇ, ਇੱਥੇ ਤਾਂ ਉਪਦੇਸ਼ ਵੀ 4 ਵਰਨਾਂ ਨੂੰ ਸਾਂਝਾ ਹੈ, ਜਿਹੜਾ ਮਰਜੀ ਆਵੇ। ਭਾਈ ਸਾਹਿਬ ਕਹਿੰਦੇ ਮਿਰਤ ਕਾ ਅਗਨ ਧੂਲ ਤੇਲ ਮੇਲ ਦੀਪ ਦੀਪੈ। ਭਾਈ ਸਾਹਿਬ ਕਹਿੰਦੇ ਮਿੱਟੀ ਲੈ ਕੇ ਉਹਦਾ ਦੀਵਾ ਬਣਾਇਆ, ਤੇ ਉਹਦੇ ਵਿੱਚ ਤੇਲ ਪਾਇਆ, ਤੇ ਰੂੰ ਦੀ ਤੂਲ, ਮੈਂ ਨਾ ਰੂੰ ਹੁੰਦਾ, ਰੂੰ ਦੀ ਵੱਤੀ ਵੱਟ ਕੇ ਪਾ ਦਿੱਤੀ, ਤੇ ਬਾਹਰੋਂ ਨੂੰ ਅੱਗ ਲਾ ਦਿੱਤੀ। ਫੇਰ ਉਹਨੇ ਚਾਨਣਾ ਕੀਤਾ। ਇਹ ਤਾਂ ਮਨੁੱਖ ਨੂੰ ਪਤਾ ਹੈ ਵੀ ਮੈਂ ਘਰ ਵਿੱਚ, ਕਮਰੇ ਵਿੱਚ ਚਾਨਣਾ ਕਿੱਦਾਂ ਕਰਨਾ ਹੈ। ਦੀਵਾ ਵੀ ਭਾਲ ਲੈਂਦਾ ਹੈ, ਰੂਈ ਵੀ ਭਾਲ ਲੈਂਦਾ ਹੈ, ਤੇਲ ਵੀ ਪਾ ਕੇ ਉਹਦੇ ਵਿੱਚ, ਤੇ ਘਰ 'ਚ ਚਾਨਣਾ ਕਰ ਲੈਂਦਾ ਹੈ। ਪਰ ਅਗਿਆਨ ਇੱਥੇ ਆ, ਆਪਣੇ ਹਿਰਦੇ ਘਰ ਵਿੱਚ ਚਾਨਣਾ ਨਹੀਂ। ਇਹਨੂੰ ਪਤਾ ਮੈਂ ਕਿਵੇਂ ਕਰਨਾ ਹੈ, ਨਾਲੇ ਸੁਣਦਾ ਵੀ ਹੈ, ਨਾਲੇ ਅੰਦਰ ਦੀਵਾ ਨਹੀਂ ਜਗਾਉਂਦਾ। ਅਗਿਆਨਮਈ ਫੇਰ ਕਰਮ ਕਰਦਾ।
महाराज सच्चे पातशाह नूं समझाउंदे ने कि अंधियारे दीपक चाहिए, एक बस्त अगोचर लईए, बस्त अगोचर पाई, कट दीपक रहा समाई, हिरदे अंदर दीवा बजगा। ते ओ जगना कित्थों आ? सतगुरु कोलों आके तेरे अंदर दीवा जगना है। सतगुर शब्द उजारू दीपा, गुरु अंदर तेरे शब्द दा दीवा जगा देगा। ना कोई मीह ना कोई हनेरी ਉਹਨੂੰ बुझा नहीं सकती। ਜਿਹੜਾ गुरु ने जगा दिता ਉਹਦੇ ਕੋਲ आ। और वो दीवे ਜਿਹੜੇ बाहर दे जगा दिते ना, तेल पा के रूई का सहारा लैके, मिट्टी का दीवा लैके, अग्नि का सहारा लैके, वो किसी हवा नाल बुझ सकता है। कहते ये मनुख नूं अपना बनाया दीवा तो बड़ा याद है, पर एक परमात्मा ने बनाया है। जगमग जोत सासिया बेसमाद है। कहते बाहर का हनेरा कटन वास्ते आसमान में चंद्रमा किड्डा वड्डा उदय हुंदा है। हुण किन्ने भी दीवे ने, जेड़े दीवे मिल जान ते चंद्रमा का मुकाबला थोड़ो कर लैणगे। भाई गुरदास साहब गुरसंगत जी ये समझाउंदे ने, जिन्ने मर्जी पीर पकंबर औलीए अवतार देवियां देवते मिल जावन, वो सच्चे गुरु अकाल पुरख वैगुरु दे बराबर नहीं हो सकते। बेशक चानना तो दीवियां दा भी है, पर जिवें वो चंद्रमा दे तुल नहीं ना हुंदे, ते इसे तरह अकाल पुरख वैगुरु गुरु दे तुल नहीं हुंदे। ਉਹਦੇ ना सिखा जोड़, तेनू अकाल पुरख वैगुरु ना गुरु तेरे ने जोड़िया है। ਉਹਦੇ तो चानना लैन दा जतन कर। तेनू गुरु ने ਉਹਦੇ पल्लू पकड़ाया है कि तेनू दर दर ते भटकना ना फिरे, दर दर ते मंगना ना फिरे। तू एक दर दा हो जा, ਇਹਦੇ दर नाल जुड़ जा। भाई साहब कहते तैसे आन देव सेवा कीए फल दे तुझे ता। कहते जिमें होर जगावां ते जाके, दिवालियां ते जाके उन्हां दी सेव कीतियां किते गताई वो प्रसन्न हुंदे आ, किसे कदे नूं वर दे दिंदे, फल दे दिंदे, बाकी खाली, बाकी देखदे रह जांदे। भाई गुरदास साहब कहते सतगुर दर्शन शासन जमादू है। कहते गुरु का दर्शन करके, जेड़ा आके गुरु का दीदार भावना नाल करे, प्रेम नाल करे, गुरु दे दर्शन करे, ते भाई गुरदास साहब कहते वो तो किदे कदाई फल देंदे ना। ਇਹਦਾ दर्शन ही कर लईए भावना प्रेम नाल, ते जम्मन मरण दे दुख चले जाते आ, जम नेड़े नहीं आउंदा। ते महाराज ने बाणी अंदर भी कहा, महाराज कहते दर्शन परसै गुरु कै, जन्म मरण दुख जाए, आउण जाण दा दुख मिट जाएगा। अंदर भावना प्रेम नाल आराध, जिथे बाहरी दीदार करना गुरु किरपा करेगा, तेनों आत्मक दीदार भी होवेगा। आत्मा परात्मा एको करे, अंतर की दुबदा अंतर मरे। जपदियां जुड़दियां अंदर दी दुबदा नूं नबेड़ना है, ਉਹਨੂੰ दूर करना है। जिमें जिमें दुबदा मिटदी गई, पड़दा हटदा गया, परमात्मा ते आत्मा आमो सामने हो जाने, एक हो जाने। जिस दिन ऐन पर्दा मिट गया, भाई साहब कहते ओदे तुल नहीं हुंदे। अगर अंदर होमे आ, परमात्मा तो दुई बनी और सेवा करदा है, ते ओदे नाल तेरे पल्ले कुछ नहीं पैना। महाराज कहते पाठ पढ़ियो और वेद विचारियो, निवल पोयंगम साधे। बड़े पठन पाठ करता रहा, वेद आदि संस्कृत पढ़ता रहा। भाई साहब कहते अंदर हौमे वधदी गई। महाराज कहते हौमे नूं वधाउंदा गया, हौमे मारनी सी, कंध ढाउणी सी, और वो कंध वधदी गई। ते नेति धोती आद साधन भी करता रहा।
ਕਿ ਇਹਦੇ ਨਾਲ ਰੱਬ ਮਿਲ ਜੂ। ਕਹਿੰਦੇ ਨਹੀਂ ਉਹ ਸੱਜਣਾ, ਇਹ ਤਾਂ ਤੂੰ ਦੀਵਾਰ ਹੋਰ ਉੱਚੀ ਕੀਤੀ ਗਿਆ, ਹੋਰ ਉੱਚੀ ਕੀਤੀ ਗਿਆ। ਔਰ ਕਹਿੰਦੇ ਪੰਜ ਜਿਨ੍ਹਾਂ ਸਿਓ ਸੰਗ ਨ ਛੁੱਟ ਗਿਓ, ਜਿਹੜੇ ਪੰਜ ਸਨ ਨਾ, ਪੰਜ ਅੰਦਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ, ਉਹਨਾਂ ਤੋਂ ਦੂਰੀ ਨਹੀਂ ਬਣੀ। ਉਹ ਵੱਧਦੇ ਗਏ। ਈਰਖਾ, ਦੁਐਸ਼, ਨਿੰਦਿਆ, ਕ੍ਰੋਧ, ਵਿਰੋਧ, ਇਹ ਸਭ ਕੁਝ ਵੱਧਦਾ ਗਿਆ। ਕਹਿਣ ਲੱਗੇ ਇਹ ਅੰਦਰ ਵੱਧਦਾ ਗਿਆ। ਪੰਚ ਜਿਨ੍ਹਾਂ ਸਿਓ ਸੰਗ ਨਾ ਛੁੱਟ ਗਿਓ, ਅਦਕ ਅਹੰ ਬੁੱਧ ਬਾਧੇ ਹੰਕਾਰ, ਅਹੰ ਭਾਵ ਅੰਦਰ ਵੱਧਦਾ ਹੀ ਗਿਆ। ਉਹਨੂੰ ਘਟਾਉਣਾ ਸੀ, ਉਹ ਘਟਿਆ ਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਕਹਿਣ ਲੱਗੇ ਸੱਜਣਾ, ਇਹਨਾਂ ਗੱਲਾਂ ਦੇ ਨਾਲ ਨਹੀਂ ਪੜ੍ਹਨਾ, ਸੁਣਨਾ, ਸੇਵਾ, ਸਿਮਰਨ, ਇਹ ਸੀ ਬਈ ਤੈਨੂੰ ਇਹ ਪਤਾ ਲੱਗ ਜਾਵੇ ਸਭ ਕੁਝ ਦਾਤੇ ਦਾ ਹੈ, ਮੇਰਾ ਕੁਝ ਨਹੀਂ। ਉਹਨੇ ਮੇਰੇ ਤੇ ਰਹਿਮਤ ਕੀਤੀ, ਮੈਨੂੰ ਵਰਤਾਉਣ ਵਾਲਾ, ਮੈਨੂੰ ਜੋੜਨ ਵਾਲਾ, ਮੈਨੂੰ ਮੂਹਰੇ ਰੱਖਿਆ ਹੋਇਆ ਹੈ। ਜਿਵੇਂ ਆਪਾਂ ਨੂੰ ਕਿਸੇ ਸੱਜਣ ਤੇ ਭਰੋਸਾ ਹੋਵੇ ਨਾ, ਤੇ ਘਰ ਦਾ ਕਾਰੋਬਾਰ ਹੋਵੇ ਤੇ ਆਪਾਂ ਉਹਨੂੰ ਜ਼ਿੰਮੇਵਾਰੀ ਦੇ ਦਿੰਦੇ ਆ ਤੂੰ ਹੀ ਕਰਨਾ ਹੀ, ਜਿਵੇਂ ਮਰਜ਼ੀ ਕਰੀ। ਤੇ ਗੁਰੂ ਵੀ ਜਦੋਂ ਵੇਖਦਾ ਨਾ ਮੇਰਾ ਵਿਸ਼ਵਾਸ ਪਾਤਰ ਏ, ਫਿਰ ਉਹਨੂੰ ਦਾਤ ਦੇ ਦਿੰਦਾ ਵੀ ਤੂੰ ਹੀ ਵਰਤਾਈ ਚੱਲ ਹੁਣ ਸੰਸਾਰ ਨੂੰ। ਤੇ ਉਹ ਦਾਤਾਂ ਦਾਤੇ ਦੀਆਂ ਹੀ ਨੇ, ਵਰਤਾਉਣ ਵਾਲਾ, ਸੁਣਨ ਵਾਲਾ, ਸੁਣਾਉਣ ਵਾਲਾ ਕੋਈ ਹੋ ਸਕਦਾ ਹੈ। ਦਾਤ ਉਸੇ ਦੀ ਏ, ਮਾਲਕ ਦੀ ਏ, ਗੱਲ ਵਾਹਿਗੁਰੂ ਦੀ ਏ। ਕਹਿਣ ਲੱਗੇ ਸੱਜਣਾ, ਹਉਮੈ ਢਾ, ਇਹਨੂੰ ਵਧਾ ਨਾ। ਇਸ ਤਰੀਕੇ ਨਾਲ ਮਿਲਿਆ ਨਹੀਂ ਹੁਣ ਜਾਣਾ। ਪੜ੍ਹਨ ਦਾ, ਸੁਣਨ ਦਾ ਮਤਲਬ ਸੀ ਸਿਮਰਨ ਚੱਲਣਾ, ਦਇਆ ਉਪਜਣੀ, ਆਪਣੀ ਮਤ ਖਤਮ ਹੋਣੀ, ਆਪਣੀ ਸਿਆਣਪਤਾ ਚਲੀ ਜਾਣੀ, ਪਰਮਾਤਮਾ ਵਾਲੀ ਸਿਆਣਪਤਾ ਉਪਜ ਪੈਣੀ, ਉਹਦੀ ਮਤ ਲੈ ਕੇ ਚੱਲਣਾ। ਤੇ ਜੇ ਪੜ੍ਹ ਕੇ ਪੁਸਤਕਾਲ ਆਪਣੀ ਹੀ ਅਕਲ ਮੂਹਰੇ ਆਈ ਤੇ ਫਿਰ ਇਨ ਬਿਦ ਮਿਲ ਨਾ ਜਾਈ। ਇਸ ਤਾਂ ਢੰਗ ਨਾਲ ਮਿਲਿਆ ਨਹੀਂ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਮਿਲਿਆ ਤਾਂ ਜਾਣਾ ਹੀ ਜਦੋਂ ਪਰਮਾਤਮਾ ਵੱਲ ਨੂੰ ਤੁਰਿਆ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਤੇ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਸੂਝ-ਬੂਝ ਬਖਸ਼ਿਸ਼ ਕੀਤੀ ਏ। ਗਰੀਬ ਨਵਾਜ ਕਿਰਪਾ ਕਰਨ, ਸਾਨੂੰ ਗੁਰਮਤਿ ਸਮਝ ਆਵੇ ਕਿ ਸਤਿਗੁਰੂ ਨਾਲੋਂ ਵੱਡਾ ਕੋਈ ਨਹੀਂ। ਸਤਿਗੁਰੂ ਸਭ ਤੋਂ ਵੱਡਾ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਜਿਹੜੀ ਵਡਿਆਈ ਵੱਡੇ ਦੀ, ਵੱਡੇ ਕੀਆਂ ਵਡਿਆਈਆਂ, ਕਿਛ ਕਹਿ ਨਾ ਜਾਏ, ਉਹਦੀਆਂ ਵਡਿਆਈਆਂ ਨੇ। ਤੇ ਸਾਨੂੰ ਜੋੜਿਆ ਵੱਡੇ ਨਾਲ, ਤੇ ਅਸੀਂ ਭੱਜ ਭੱਜ ਕੇ ਜਿਹੜੇ ਉਹਦੇ ਪੈਦਾ ਕੀਤੇ ਨੇ ਉਧਰ ਨੂੰ ਜੁੜ ਕੇ ਕਹਿੰਦੇ ਨਹੀਂ ਇਹ ਤਾਂ ਛੋਟਾ ਹੈ, ਉਹ ਵੱਡਾ ਹੈ। ਨਹੀਂ ਗੁਰਮੁਖੋ, ਗੁਰੂ ਵੱਲ ਨੂੰ ਤੁਰੀਏ, ਗੁਰੂ ਨਾਲ ਜੁੜੀਏ, ਗੁਰੂ ਗੁਰੂ ਜਪੀਏ। ਘਰਾਂ ਵਿੱਚ, ਹਿਰਦੇ ਘਰ ਵਿੱਚ, ਸੰਸਾਰੀ ਘਰ ਵਿੱਚ ਗੁਰੂ ਨੇ ਸਾਡੀ ਬਾਂਹ ਫੜ ਲਈ ਨਾ, ਤੇ ਫਿਰ ਗੁਰੂ ਔਰ ਕਦੇ ਛੱਡਦਾ ਨਹੀਂ। ਜਿਹਦੀ ਬਾਂਹ ਗੁਰੂ ਤੇਗ ਬਹਾਦਰ ਸਾਹਿਬ ਨੇ ਫੜ ਲਈ ਨਾ, ਤੇ ਉਹ ਤਿਲਕ ਤੇ ਜੰਝੂ ਨੂੰ ਅੱਜ ਤੱਕ ਕੋਈ ਮਿਟਾ ਨਹੀਂ ਸਕਿਆ। ਤੇ ਜੇ ਅਸੀਂ ਬਾਂਹ ਗੁਰੂ ਨੂੰ ਪਕੜਾ ਦਈਏ, ਉਹਨਾਂ ਆ ਕੇ ਬੇਨਤੀ ਕੀਤੀ ਸੀ, ਬਾਂਹ ਪਕੜੀ, ਤੇ ਗੁਰੂ ਨੇ ਉਹਨਾਂ ਦੀ ਬਾਂਹ ਪਕੜੀ, ਤੇ ਉਹਨਾਂ ਦਾ ਤਿਲਕ ਜੰਝੂ ਮਿਟ ਨਾ ਸਕਿਆ। ਤੇ ਅਸੀਂ ਤਾਂ ਉਹਦੇ ਨਾਮ ਧਰੀ ਗਾਣਾ। ਤੇ ਜੇ ਅਸੀਂ ਉਹਨੂੰ ਬਾਂਹ ਪਕੜਾ ਦੇਵੀਏ, ਨਾ ਲੋਕ ਚੋਂ ਨਾ ਪਰਲੋਕ ਚੋਂ ਕੋਈ ਆਬਾ ਉਪਮਾ ਸੁੱਖਾਂ ਨੂੰ ਮਿਟਾ ਨਹੀਂ ਸਕਦਾ। ਅਸੀਂ ਆਪਣੇ ਆਪ ਨੂੰ ਉਹਦੇ ਅਨੁਕੂਲ ਕਰਕੇ, ਉਹਦੇ ਅਨੁਕੂਲ ਹੋ ਕੇ ਜੁੜ ਕੇ ਤੁਰ ਕੇ ਪਰਮਾਤਮਾ ਤੱਕ ਪਹੁੰਚਣ ਦਾ ਯਤਨ ਕਰੀਏ। ਫਿਰ ਸਾਡਾ ਆਇਆ ਹੋਇਆ ਸਫਲਾ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਆਪ ਸਤਿਗੁਰੂ ਕੀ ਸੰਗਤ, ਸਤਿਗੁਰੂ ਬਖਸ਼ਣ ਜੋਗ ਅੱਗੇ ਤੋਂ ਸ੍ਰੇਸ਼ਟ ਮਤ ਬੁੱਧ ਦੀ ਬਖਸ਼ਿਸ਼ ਕਰਿਆ ਜੇ। ਜੋ ਪੜ੍ਹ ਪੜਾ ਕੇ ਮੇਰੇ ਦਾਤੇ ਦੀ ਵਿਚਾਰ ਆ,
ਦਾਤੇ ਦੀ ਹਜ਼ੂਰੀ ਅੰਦਰ, ਦਾਤੇ ਦੀ ਸੰਗਤ ਦੇ ਸਨਮੁਖ ਰੱਖ ਸਕੀਏ। ਸਤਿਗੁਰੂ ਸਾਡੇ ਸਾਰਿਆਂ ਤੇ ਮਿਹਰ ਕਰਨ, ਪੜ੍ਹਨ ਸੁਣਨ ਵਾਲਿਆਂ ਨੂੰ, ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਣ। ਸਾਡਾ ਇਹ ਜੀਵਨ ਗੁਰੂ ਦੇ ਲੇਖੇ ਲੱਗ ਜਾਏ, ਸਾਡਾ ਆਇਆ ਸਫਲਾ। ਬੇਅੰਤ ਭੁੱਲਾਂ ਦੀ ਖਿਮਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਅਰਦਾਸ ਅੰਦਰ ਸ਼ਾਮਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ